ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਸਾਹਿਬ ਜੀ ਦਾ ਫਰਮਾਨ ਹੈ, ਪਉ ਸਰ ਨਾਹੀ ਜਿਨ ਹਰ ਜਾਤੇ, ਮਨ ਤਨ ਸੀਤਲ ਚਰਨ ਹਰ ਰਹਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜੋ ਦੀਸੇ ਗੁਰ ਸਿਖੜਾ ਤਿਸ ਨਿਵ ਨਿਵ ਲਾਗੂ ਪਾਈ ਜੀਓ। ਇਸੇ ਤਰ੍ਹਾਂ ਇਹੀ ਪ੍ਰਭਾਸ਼ਾ ਹੁਣ ਵੀ ਸਮਝਾਉਂਦੇ ਨੇ ਮਹਾਰਾਜ। ਸਤਿਗੁਰੂ ਕਹਿੰਦੇ ਨੇ, ਉਹਦੀ ਸ਼ਰਨ ਪੈ ਜਾ ਮੇਰੇ ਮਨਾ, ਜਿਨੇ ਹਰੀ ਪਰਮਾਤਮਾ ਵਾਹਿਗੁਰੂ ਜੀ ਨੂੰ ਜਾਣ ਲਿਆ। ਤੇ ਜਿਨੇ ਅਜੇ ਤੱਕ ਰੱਬ ਨੂੰ ਜਾਣਿਆ ਹੀ ਨਹੀਂ, ਜਿਹੜਾ ਰੱਬ ਦੇ ਬਾਰੇ ਕੁਝ ਸਮਝਦਾ ਹੀ ਨਹੀਂ, ਕੋਈ ਜਾਣਕਾਰੀ ਨਹੀਂ ਰੱਖਦਾ, ਤੇ ਤੂੰ ਉਹਦੀ ਸ਼ਰਨ ਪਏਗਾ ਤੇ ਫਿਰ ਆਪ ਡੁੱਬੇ ਚੌ ਭੇਦ ਮੇ ਚੇਲੇ ਦੀਏ ਬਹਾਏ। ਆਪ ਤੇ ਉਹ ਡੁੱਬਿਆ ਹੈ, ਤੂੰ ਵੀ ਡੁੱਬੇਗਾ। ਇਸ ਲਈ ਜਿਨੇ ਹਰੀ ਪਰਮਾਤਮਾ ਵਾਹਿਗੁਰੂ ਜੀ ਨੂੰ ਜਾਣ ਲਿਆ ਏ, ਤੂੰ ਉਹਦੀ ਸ਼ਰਨ ਪੈ ਜਾ। ਤੇਰਾ ਮਨ ਤਨ ਸ਼ੀਤਲ ਹੋ ਜਾਵੇਗਾ ਜਦੋਂ ਹਰੀ ਪਰਮਾਤਮਾ ਦੇ ਸ਼ਬਦ ਰੂਪੀ ਚਰਨਾਂ ਦੇ ਨਾਲ ਇਹ ਸੁਰਤ ਜੁੜ ਗਈ ਨਾ, ਤੇ ਮਨ ਤਨ ਸਭ ਕੁਝ ਸ਼ੀਤਲ ਹੋ ਜਾਏਗਾ, ਨਿਰਮਲ ਹੋ ਜਾਏਗਾ। ਭੈ ਪੰਜਨ ਪ੍ਰਭ ਮਨ ਨਾ ਬਸਾਈ, ਡਰਪਤ ਡਰਪਤ ਜਨਮ ਬਹੁਤ ਜਾਈ। ਯਾਦ ਰੱਖੀ ਮੇਰੇ ਮਨਾ, ਭੈ ਭੰਜਨ ਡਰ ਦੂਰ ਕਰਨ ਵਾਲਾ, ਡਰ ਭੰਨਣ ਵਾਲਾ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ। ਉਸ ਵਾਹਿਗੁਰੂ ਜੀ ਨੂੰ ਹਿਰਦੇ 'ਚ ਨਹੀਂ ਵਸਾਇਆ ਤੇ ਯਾਦ ਰੱਖੀ, ਡਰਪਤ ਡਰਪਤ ਜਨਮ ਬਹੁਤ ਜਾਹੀ। ਡਰਦੇ ਵਿੱਚ ਹੀ ਜੀਵੇਂਗਾ, ਡਰਦੇ ਵਿੱਚ ਹੀ ਮਰੇਂਗਾ। ਐ ਮੇਰੇ ਮਨਾ, ਜੰਮਣ ਤੇ ਮਰਨ ਦਾ ਇਹ ਡਰ ਤੇਰਾ ਕੋਈ ਦੂਰ ਨਹੀਂ ਕਰ ਸਕੇਗਾ, ਇਹ ਡਰ ਤੇਰਾ ਬਣਿਆ ਰਹੇਗਾ। ਇਸ ਡਰ ਤੋਂ ਮੁਕਤ ਹੋਣਾ ਹੈ ਤੇ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਓਟ ਆਸਰਾ ਲੈ। ਜਦੋਂ ਰੱਬ ਤੋਂ ਅਸੀਂ ਟੁੱਟੇ ਹੋਏ ਆ ਤੇ ਫਿਰ ਦੁਨਿਆਵੀ ਗੱਲਾਂ ਵਾਸਤੇ ਹੀ ਆਪਣਾ ਦੀਨ ਮਜ਼ਹਬ ਅਸੀਂ ਛੱਡ ਦਿੰਦੇ ਆ। ਜਿਹੜੇ ਰੱਬ ਨਾਲ ਜੁੜੇ ਹੋਏ ਨੇ ਉਹ ਏਦਾਂ ਨਹੀਂ ਕਰਦੇ। ਸਾਨੂੰ ਇਉਂ ਲੱਗਦਾ ਹੈ ਭਈ ਜਿਵੇਂ ਇਹਨੂੰ ਛੱਡ ਦੇਵਾਂਗਾ ਤੇ ਸ਼ਾਇਦ ਮੈਂ ਸੌਖਾ ਹੋ ਜਾਵਾਂਗਾ। ਪਰ ਯਾਦ ਰੱਖੀ, ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਆ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਮਹਾਰਾਜ ਕਹਿੰਦੇ ਮੈਂ ਸਾਰਾ ਸੰਸਾਰ ਵੇਖ ਲਿਆ ਹੈ, ਪਰਮ ਪਿਤਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਕੋਈ ਸੁਖੀ ਨਹੀਂ ਆ। ਤੇ ਫਿਰ ਸਾਨੂੰ ਹਦਾਇਤ ਕਰਦੇ ਫਰਮਾਉਂਦੇ ਨੇ ਕਿ ਐ ਮਨਾ, ਐ ਗੁਰੂ ਕੇ ਸਿੱਖਾ, ਸੁਖ ਚਾਹੀਦਾ। ਜੇ ਸੁਖ ਚਾਹੀਦਾ ਹੀ ਤੇ ਮਹਾਰਾਜ ਕਹਿੰਦੇ, ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ। ਐ ਭਾਈ, ਗੁਰੂ ਦੀ ਸ਼ਰਨ ਵਿੱਚ ਆ, ਗੁਰੂ ਦੇ ਚਰਨਾਂ 'ਚ ਆਪਣੀ ਮੱਤ ਰੱਖ ਕੇ ਮੱਥਾ ਟੇਕ ਦੇ। ਐ ਮੇਰੇ ਮਨਾ, ਗੁਰੂ ਦੀ ਮੱਤ ਧਾਰਨ ਕਰ ਲੈ, ਤੇਰਾ ਬੇੜਾ ਪਾਰ ਹੋ ਜਾਏਗਾ। ਅੱਜ ਅਸੀਂ ਦੀਨੋਂ ਬੇਦੀਨ ਹੋ ਗਏ ਸਾਧ ਸੰਗਤ ਜੀ। ਅੱਜ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ। ਸਾਡੇ ਗਦਾਰ ਲੋਕਾਂ ਨੇ
ਪੰਥ ਦੇ ਵਿੱਚ ਫੁੱਟ ਤੇ ਪੰਥ ਦੇ ਵਿੱਚ ਈਰਖਾ ਵਖੀਲੀ ਪੈਦਾ ਕਰ ਦਿੱਤੀ। ਸ਼ਹੀਦਾਂ ਦੀਆਂ ਸ਼ਹੀਦੀਆਂ ਹਾਈਜੈਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਤਾਂ ਦੇ ਨਾਂ ਤੇ। ਸ਼ਹੀਦਾਂ ਦੀ ਸ਼ਹੀਦੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਤੇ ਅੱਜ ਸਾਡੀ ਆਹ ਦੁਰਦਸ਼ਾ ਹੋ ਗਈ। ਪੰਜਾਬ ਦੇ ਵਾਰਸ ਹੋ ਕੇ, ਪੰਜਾਬ ਦੇ ਮਾਲਕ ਹੋ ਕੇ ਵੀ ਭਿਖਾਰੀਆਂ ਨਾਲੋਂ ਭੈੜੀ ਹਾਲਤ ਆ। ਮਾਲਕ ਹੁੰਦਿਆਂ ਹੋਇਆਂ ਵੀ ਅਸੀਂ ਦੂਸਰੇ ਦੇ ਅੱਗੇ ਹੱਥ ਅੱਡਦੇ ਪਏ ਆ ਕਿ ਸਾਨੂੰ ਇਨਸਾਫ ਚਾਹੀਦਾ, ਸਾਨੂੰ ਇਨਸਾਫ ਦਿਓ, ਸਾਡੇ ਹੱਕਾਂ ਦੀ ਰਾਖੀ ਕਰੋ। ਦੂਜਿਆਂ ਦੇ ਹੱਕਾਂ ਦੀ ਰਾਖੀ ਕਰਨ ਵਾਲਾ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਏ। ਮੈਂ 7 ਡਾਇਰੀਆਂ ਦੇਖੀਆਂ, YouTube ਵਿੱਚੋਂ ਵੀ ਡਾਇਰੀ ਦੇਖੀ, ਗੂਗਲ ਵਿੱਚ ਵੀ ਨਜ਼ਰ ਮਾਰੀ, ਪਰ ਤਕਲੀਫ ਵੀ ਹੋਈ, ਦੁੱਖ ਵੀ ਹੋਇਆ ਤੇ ਲਾਹਨਤ ਵੀ ਆਈ ਇਹਨਾਂ ਲਿਖਾਰੀਆਂ ਤੇ। ਭਾਈ ਤਾਰੂ ਸਿੰਘ ਸਾਹਿਬ ਜੀ ਸ਼ਹੀਦ ਦੇ ਨਾਲ ਹੋਰ 7 ਸਿੰਘ ਸ਼ਹੀਦ ਹੋਏ। 7 ਸਿੰਘ ਜਿਨ੍ਹਾਂ ਦੇ ਵਿੱਚੋਂ 3 ਦੀ ਖੋਪਰੀ ਲੱਥੀ ਆ ਤੇ 4 ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ। 4 ਖੋਪੜੀ ਲਵਾਈ, 3 ਹੋਰ ਸਿੰਘ ਤੇ 1 ਭਾਈ ਤਾਰੂ ਸਿੰਘ ਤੇ ਜਿਹੜੇ ਦੂਜੇ 4 ਸੀ ਉਹਨਾਂ ਨੂੰ ਚਰਖੜੀ ਤੇ ਚੜਾਤਾ। ਪਰ ਇਹਨਾਂ ਜਾਤ ਅਭਿਮਾਨੀਆਂ ਨੇ ਪੰਥ ਦਾ ਬੇੜਾ ਗਰਕ ਕਰਨ ਵਾਸਤੇ ਉਹਨਾਂ ਸੱਤਾਂ ਨੂੰ ਹੀ ਨਜ਼ਰਅੰਦਾਜ਼ ਕਰ ਦਿੱਤਾ। ਕਿਉਂ ਕਰ ਦਿੱਤਾ ਉਹਨਾਂ ਸੱਤਾਂ ਨੂੰ ਨਜ਼ਰਅੰਦਾਜ਼? ਕਿਉਂਕਿ ਉਹ ਗਰੀਬ ਬਰਾਦਰੀਆਂ ਦੇ ਵਿੱਚੋਂ ਉੱਠੇ ਸੀ, ਜਿਹਦੇ ਵਿੱਚ ਭਾਈ ਮਹਿਤਾਬ ਸਿੰਘ ਕਿੱਡੀ ਵੱਡੀ ਕੁਰਬਾਨੀ ਉਹਦੀ, ਮੱਸੇ ਰੰਗੜ ਦਾ ਸਿਰ ਵੱਢਿਆ। ਫਿਰ ਪੰਥ ਵਾਸਤੇ ਕਿੰਨੀਆਂ ਘਾਲਣਾ ਘਾਲੀਆਂ ਉਸਨੇ। ਇੱਕ ਭਾਈ ਬਿਸ਼ਨ ਸਿੰਘ, ਇੱਕ ਭਾਈ ਸੰਤੋਖ ਸਿੰਘ, ਇੱਕ ਭਾਈ ਬਲਾਕਾ ਸਿੰਘ ਜਿਹੜਾ ਇਥੋਂ ਅੰਮ੍ਰਿਤਸਰੋਂ ਬੀਕਾਨੇਰ ਗਿਆ ਸੀ ਬੁੱਢਾ ਸਿੰਘ ਜਥੇਦਾਰ ਨੂੰ ਸੁਨੇਹਾ ਦੇਣ ਵਾਸਤੇ ਕਿ ਤੁਸੀਂ ਇੱਥੇ ਬੀਕਾਨੇਰ ਬੈਠੇ ਹੋ ਤੇ ਇੱਥੇ ਮੱਸਾ ਰੰਗੜ ਦਰਬਾਰ ਸਾਹਿਬ ਦੀ ਬੇਅਦਬੀ ਕਰਦਾ ਪਿਆ। ਉਹ ਬਲਾਕਾ ਸਿੰਘ। ਇੱਕ ਭਾਈ ਸੰਤੋਖ ਸਿੰਘ, ਇੱਕ ਭਾਈ ਜੱਲਾ ਸਿੰਘ, ਭਾਵ 7 ਜਾਣੇ ਇਹ ਸੀ ਜਿਨ੍ਹਾਂ ਦੇ ਵਿੱਚੋਂ 2 ਭਾਈ ਰਵਿਦਾਸੀਏ ਸੀ ਤੇ ਇੱਕ ਨਾਈ ਸਿੱਖ ਸੀ ਤੇ ਜਿਹੜਾ ਬਾਕੀ 4 ਸੀ ਉਹ ਮਜ਼੍ਹਬੀ ਸਿੱਖ ਸੀ, ਜਿਨ੍ਹਾਂ ਦੇ ਵਿੱਚ ਭਾਈ ਬਲਾਕਾ ਸਿੰਘ, ਸੰਤੋਖ ਸਿੰਘ ਤੇ ਇਹ ਭਾਈ ਮਹਿਤਾਬ ਸਿੰਘ ਤੇ ਇੱਕ ਹੋਰ। ਭਾਈ ਮਹਿਤਾਬ ਸਿੰਘ ਮੀਰਾ ਕੋਟੀਏ ਦੀ ਕਿੱਡੀ ਵੱਡੀ ਕੁਰਬਾਨੀ ਹੈ। ਉਹ ਵੀ ਭਾਈ ਤਾਰੂ ਸਿੰਘ ਦੇ ਨਾਲ ਸ਼ਹੀਦ ਹੋਏ ਹੈ, ਪਰ ਉਹਨਾਂ ਦਾ ਸੱਤਾਂ ਦਾ ਇੱਕ ਤੇ ਕਦੀ ਨਾਂ ਨਹੀਂ ਆਇਆ। ਤੇ ਇੱਕੋ ਹੀ ਭਾਈ ਤਾਰੂ ਸਿੰਘ ਨੂੰ ਹੀ ਲੈ ਕੇ ਤੇ ਇਹ ਮਸ਼ਹੂਰ ਕਰ ਦਿੱਤਾ ਵੀ ਭਾਈ ਤਾਰੂ ਸਿੰਘ ਦੀ ਸ਼ਹੀਦੀ ਹੋਈ। ਸ਼ਹੀਦ ਸਾਰੇ ਸਾਂਝੇ ਆ ਪੰਥ ਦੇ, ਪਰ ਯਾਦ ਰੱਖਣਾ ਜਦੋਂ ਜਾਤਾਂ ਗੋਤਾਂ ਦੇ ਨਾਂ ਤੇ ਸ਼ਹੀਦਾਂ ਨੂੰ ਵੰਡ ਕੇ ਜਾਂ ਹਾਈਜੈਕ ਕਰਕੇ ਤੇ ਕਿਸੇ ਦੀ ਕੁਰਬਾਨੀ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ, ਉਹ ਪੰਥ, ਉਹ ਕਬੀਲਾ, ਉਹ ਰਸਤਾ ਕਦੀ ਆਬਾਦ ਨਹੀਂ ਹੁੰਦਾ। ਤੇ ਜਦੋਂ ਦਾ ਪੰਥ ਦੇ ਵਿੱਚ ਇਹ ਬਖੇੜਾ ਆ ਗਿਆ ਤੇ ਦਿਨੋਂ ਦਿਨ ਗੁਰਸਿੱਖਾਂ ਦੇ ਉੱਤੇ ਮਾੜੇ ਦਿਨ ਹੀ ਆ ਰਹੇ ਆ। ਭਾਈ ਮਹਿਤਾਬ ਸਿੰਘ ਮੀਰਾ ਕੋਟੀਏ ਨੂੰ ਨੂਰ ਦੀ ਸਰਾਂ ਪੱਟੀ ਦੇ ਕੋਲੋਂ ਗ੍ਰਿਫਤਾਰ ਕੀਤਾ ਸੀ। ਇਹ 40 ਕੁ ਸਿੰਘ ਸੀ। ਇਹਨਾਂ ਨੂੰ ਘੇਰਾ ਪੈ ਗਿਆ
ਘੇਰਾ ਪੈ ਗਿਆ ਤੇ ਲੜਦਿਆਂ ਲੜਦਿਆਂ ਬਾਕੀ ਤੇ ਸਾਰੇ ਸ਼ਹੀਦ ਹੋ ਗਏ। ਤੇ ਇਹ 5 ਕੁ ਸਿੱਖ ਸੀ ਜਿਹੜੇ ਗ੍ਰਿਫਤਾਰ ਹੋਏ। ਕਿਸ ਤਰ੍ਹਾਂ ਗ੍ਰਿਫਤਾਰ ਹੋਏ ਕਿ ਇਹਨਾਂ ਦੇ ਹਥਿਆਰ ਜਿਹੜੇ ਸੀ ਉਹ ਟੁੱਟ ਗਏ। 5 ਹਥਿਆਰ ਸੀ ਭਾਈ ਮਹਿਤਾਬ ਸਿੰਘ ਕੋਲ। ਪਹਿਲਾਂ ਤੀਰ ਕਮਾਨ ਖਤਮ ਹੋਇਆ, ਫਿਰ ਕਿਰਪਾਨ ਖਤਮ ਹੋਈ, ਫਿਰ ਖੰਡਾ ਟੁੱਟਿਆ ਤੇ ਉਸ ਤੋਂ ਬਾਅਦ ਇਹਨਾਂ ਕੋਲ ਵਰਸ਼ਾ ਸੀ। ਉਹ ਵਰਸ਼ਾ ਇੱਕ ਮੁਗਲ ਦੀ ਛਾਤੀ 'ਚ ਮਾਰਿਆ ਤੇ ਉਹ ਵਰਸ਼ਾ ਵਿੱਚ ਹੀ ਰਹਿ ਗਿਆ, ਟੁੱਟ ਗਿਆ। ਏਦਾਂ ਕਰਕੇ 5 ਦੇ ਜਿਹੜੇ ਸ਼ਸਤਰ ਸੀ ਜਦੋਂ ਟੁੱਟ ਗਏ ਤੇ ਉਹ ਫੜੇ ਗਏ, ਗ੍ਰਿਫਤਾਰ ਹੋ ਗਏ। ਤੇ 2 ਉਹ ਸੀ ਜਿਨ੍ਹਾਂ ਦੇ ਘਰੋਂ ਇਹ ਸਿੰਘ ਪ੍ਰਸ਼ਾਦਾ ਛਕਦੇ ਪਏ ਸੀ। ਇਹਨਾਂ 7 ਨੂੰ ਹੀ ਭਾਈ ਤਾਰੂ ਸਿੰਘ ਦੇ ਨਾਲ ਸ਼ਹੀਦ ਕੀਤਾ ਸੀ। 3 ਨੂੰ ਖੋਪਰ ਲਾਏ ਸੀ ਤੇ 8 ਸਿੰਘ ਹੋ ਗਏ ਸੀਗੇ। 7 ਉਹ ਤੇ ਇੱਕ ਭਾਈ ਤਾਰੂ ਸਿੰਘ ਜੀ। 4 ਦਾ ਖੋਪਰ ਲਾ ਦਿੱਤਾ ਤੇ 4 ਦੇ ਚਰਖੜੀ ਚੜਾ ਕੇ ਸ਼ਹੀਦ ਕਰ ਦਿੱਤਾ। ਆਓ ਅੱਜ ਭਾਈ ਤਾਰੂ ਸਿੰਘ ਜੀ ਦੇ ਇਤਿਹਾਸ ਤੇ ਨਜ਼ਰ ਮਾਰੀਏ। ਭਾਈ ਤਾਰੂ ਸਿੰਘ ਨੂੰ ਜਿਹੜਾ ਹਰ ਭਗਤ ਨਿਰੰਜਨੀਆ ਬਾਬੇ ਹੰਧਾਲ ਦਾ ਪੋਤਰਾ ਸੀ, ਉਹਨੇ ਗ੍ਰਿਫਤਾਰ ਕਰਵਾਇਆ ਸੀ। ਇਹ ਜਦੋਂ ਬੰਦਾ ਸਿੰਘ ਬਹਾਦਰ ਦੇ ਵੇਲੇ 2 ਦਲ ਬਣ ਗਏ ਸੀ ਤੇ ਉਦੋਂ ਇੱਕ ਨਰਮ ਦਲੀਆ ਤੇ ਇੱਕ ਗਰਮ ਦਲੀਆ ਹੋ ਗਿਆ। ਗਰਮ ਦਲ ਜਿਹੜਾ ਸੀ ਬਾਬਾ ਬੰਦਾ ਸਿੰਘ ਨਾਲ ਰਹਿ ਗਿਆ। ਗਰਮ ਤਬੀਅਤ ਦੇ ਮਾਲਕ ਜਿਹੜੇ ਸੀ ਗੁਰਸਿੱਖ, ਉਹ ਬਾਬਾ ਬੰਦਾ ਸਿੰਘ ਨਾਲ ਰਹਿ ਗਏ। ਤੇ ਜਿਹੜੇ ਨਰਮ ਦਲੀਏ ਸੀ ਉਹਨਾਂ ਸਰਕਾਰ ਨਾਲ ਸਮਝੌਤਾ ਕਰ ਲਿਆ। ਜ਼ਮੀਨਾਂ ਮਿਲ ਗਈਆਂ, ਜ਼ਮੀਨਾਂ ਵਾਹੁਣ ਲੱਗ ਪਏ। ਜਿਨ੍ਹਾਂ ਦੀ ਪੜ੍ਹਾਈ ਲਿਖਾਈ ਸੀ ਉਹ ਨੌਕਰੀਆਂ ਕਰਨ ਲੱਗ ਪਏ। ਜਿਹੜੇ ਵਪਾਰੀ ਸੀ ਉਹ ਵਪਾਰ ਕਰਨ ਲੱਗ ਪਏ। ਏਦਾਂ ਕਰਕੇ ਭਾਈ ਤਾਰੂ ਸਿੰਘ ਦੇ ਪਿਤਾ ਦਾ ਨਾਮ ਸੀ ਬਿਸ਼ਨ ਸਿੰਘ। ਉਹ ਖੇਤੀ ਕਰਨ ਲੱਗ ਗਏ। ਪਰਿਵਾਰ ਗੁਰਸਿੱਖ ਸੀ। ਭਾਈ ਤਾਰੂ ਸਿੰਘ ਦੀ ਜਿਹੜੀ ਮਾਂ ਸੀ ਉਹ ਬੜੀ ਕੀਰਤਨ ਦੀ ਰਾਗੀ ਸੀ, ਰਾਗਾਂ ਦੀ ਸੰਗੀਤ ਦੀ ਉਸਤਾਦ ਸੀ। ਜਦੋਂ ਭਾਈ ਤਾਰੂ ਸਿੰਘ ਗਰਭ ਪ੍ਰਵੇਸ਼ ਸੀ, ਮਾਂ ਨੇ ਉਸ ਟਾਈਮ ਸਾਰਾ ਦਿਨ ਗੁਰਬਾਣੀ ਦਾ ਕੀਰਤਨ ਕਰਦੇ ਰਹਿਣਾ। ਆ ਜਿਹੜਾ ਵਾਜੇ ਆਏ ਨਾ ਹਾਰਮੋਨੀਅਮ, ਸਾਧ ਸੰਗਤ ਜੀ, ਇਹ ਪੰਜਾਬ ਦਾ ਸਾਜ਼ ਨਹੀਂ ਆ, ਇਹ ਜਰਮਨ ਦਾ ਸਾਜ਼ ਆ ਤੇ ਇਹ ਭਿਖਾਰੀਆਂ ਦਾ ਸਾਜ਼ ਆ। ਹਾਰਮੋਨੀਅਮ ਵਾਜਾ ਜਿਹੜਾ ਭਿਖਾਰੀ ਉਧਰ ਜਰਮਨ ਦੇ ਵਿੱਚ ਜਿਹੜੇ ਭੀਖ ਮੰਗਦੇ ਆ ਨਾ, ਉਹ ਭਿਖਾਰੀ ਵਾਜਾ ਵਜਾ ਕੇ ਭੀਖ ਮੰਗਦੇ ਆ। ਜਿਹੜਾ ਇਧਰ ਰਾਗੀਆਂ ਦਾ ਸਾਜ਼ ਹੁੰਦਾ ਸੀ ਉਹ ਤੰਤੀ ਸਾਜ਼ ਹੁੰਦਾ ਸੀ। ਰਬਾਬ, ਸਰੰਗੀ, ਤੌਸ, ਤਾਲਪੁਰਾ, ਇਸੇ ਤਰ੍ਹਾਂ ਮਤਲਬ ਵੀ ਇਹ ਜਿਹੜੇ ਤਾਰ ਦੇ ਨਾਲ ਵੱਜਣ ਵਾਲੇ ਸਾਜ਼ ਤੇ ਰਬਾਬ ਦੇ ਉੱਤੇ ਕੀਰਤਨ ਕਰਦੀ ਹੁੰਦੀ ਸੀ ਮਾਂ। ਬੰਦਗੀ ਵਾਲੀ ਮਾਂ ਸੀ। ਬੱਚਾ ਵੀ ਬੰਦਗੀ ਵਾਲਾ ਪੈਦਾ ਹੋਇਆ। ਸਿੰਘਾਂ ਤੇ ਸਮਾਂ ਪੈ ਕੇ ਜਦੋਂ ਭੀੜ ਬਣੀ, ਸਭ ਗ੍ਰਸਤੀ ਲੋਕ ਭੱਜ ਗਏ ਜੰਗਲਾਂ ਨੂੰ ਜਾਨ ਬਚਾਉਣ ਲਈ। ਪਰ ਭਾਈ ਤਾਰੂ ਸਿੰਘ ਬੰਦਗੀ ਵਾਲੇ ਪੁਰਖ ਸੀ। ਉਹਨਾਂ ਦੀ ਬ੍ਰਹਮ ਗਿਆਨੀ ਦ੍ਰਿਸ਼ਟੀ ਸੀ। ਭਾਵ ਉਹ ਮੁਸਲਮਾਨ ਵੀ ਉਹਨਾਂ ਨੂੰ ਪਿਆਰ ਕਰਦੇ ਸੀ, ਹਿੰਦੂ ਵੀ ਪਿਆਰ ਕਰਦੇ ਸੀ। ਪਿੰਡ ਵਿੱਚ ਰਹਿੰਦਿਆਂ ਉਹਦੀ ਕੋਈ ਸ਼ਿਕਾਇਤ ਨਹੀਂ ਸੀ ਕਰਦਾ ਵੀ ਇਹ ਸਿੱਖ ਆ। ਤੇ ਇੱਕ ਸਿੱਖ ਭਰਾ ਨੇ ਹਰ ਭਗਤ ਨਿਰੰਜਨੀਏ ਨੇ ਸ਼ਿਕਾਇਤ ਕੀਤੀ ਤੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਾ ਦਿੱਤਾ। ਤੇ ਅੱਜ ਦੇ ਦਿਨ ਉਹ 8 ਗੁਰਸਿੱਖਾਂ ਦੀ ਸ਼ਹੀਦੀ ਹੋਈ। ਜਦੋਂ ਦੀਨ ਕਬੂਲਣ ਨੂੰ ਕਿਹਾ, ਉਹਨਾਂ ਨੇ ਮਨਾ ਕਰ ਦਿੱਤਾ ਕਿ ਬਈ ਜੇ ਦੀਨ ਕਬੂਲ ਕਰ ਲਵਾਂਗੇ ਫਿਰ ਨਹੀਂ ਮੌਤ ਆਏਗੀ, ਜੇ ਮਰਨਾ ਹੀ ਹੈ ਤੇ ਫਿਰ ਮੂੰਹ ਕਾਲਾ ਕਿਉਂ ਕਰਨਾ ਹੈ, ਬੇਅਦੀਨ ਹੋ ਕੇ ਕਿਉਂ ਮਰੀਏ। ਫਿਰ ਜਦੋਂ ਇਹਨਾਂ ਨੂੰ ਸਾਰਿਆਂ ਨੂੰ ਚਰਖੜੀ ਤੇ, ਇਸ ਤੋਂ ਪਹਿਲਾਂ ਇੱਕ ਬੰਦੇ ਨੂੰ ਚਰਖੜੀ ਤੇ ਚੜਾਉਂਦੇ ਸੀ
ਤੇ ਆਖਰੀ ਇੱਛਾ ਜਿਹੜੀ ਸੀ ਉਹ ਇਹ ਹੀ ਪੁੱਛੀ ਜਾਂਦੀ ਸੀ ਵੀ ਤੇਰੀ ਆਖਰੀ ਇੱਛਾ ਕੀ ਆ। ਤੇ ਉਹਨਾਂ ਨੇ ਕਿਹਾ ਮੇਰੀ ਆਖਰੀ ਇੱਛਾ ਇਹੋ ਹੀ ਆ ਕਿ ਮੈਂ ਸਿੱਖ ਰਹਿਤ ਮਰਿਆਦਾ 'ਚ ਰਹਿੰਦਾ ਹੋਇਆ ਸ਼ਹੀਦੀ ਜਾਮ ਪੀ ਜਾ। ਤੇ ਚਰਖੜੀ ਚਾੜ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ। ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਪੁੱਛੀ ਆਖਰੀ ਇੱਛਾ। ਇੱਥੇ ਇਤਿਹਾਸ ਨੂੰ ਵਿਗਾੜਨ ਵਾਲੇ ਸਾਧ ਸੰਗਤ ਜੀ ਬੜੀ ਸ਼ਰਮ ਦੀ ਗੱਲ ਆ, ਜਦੋਂ ਅਨਮਤੀਏ ਜਿਹੜੇ ਗੈਰ ਸਿੱਖ ਨੇ ਉਹ ਸਾਡੀ ਹਿਸਟਰੀ ਪੜ੍ਹਦੇ ਆ ਨਾ, ਤੇ ਜਿਸ ਤਰ੍ਹਾਂ ਸਨਾਤਨ ਧਰਮ ਦਾ ਹਿੰਦੂ ਧਰਮ ਦਾ ਇਤਿਹਾਸ ਮਿਥਿਹਾਸ ਬਣ ਗਿਆ, ਸਾਡਾ ਵੀ ਮਿਥਿਹਾਸ ਬਣ ਗਿਆ। ਉਹ ਮਜ਼ਾਕ ਕਰਦੇ ਆ ਜਦੋਂ ਗਾਤਾ ਢਾਡੀਆਂ ਪੜ ਕੇ ਕੇਸ ਲੋਹੇ ਦੇ ਤਾਰਾਂ ਬਣ ਗਏ ਕੈਂਚੀ ਤੋਂ ਨਾ ਕੱਟੀ ਦੇ। ਹੋਏ ਕਿਤੇ ਅੱਜ ਤੱਕ ਏਦਾਂ ਕਿਸੇ ਦੇ ਕੇਸ? ਤੇ ਜੇ ਕੇਸ ਲੋਹੇ ਦੇ ਤਾਰਾਂ ਬਣ ਗਈਆਂ ਸੀ ਤੇ ਉਹ ਜਿਹੜਾ ਖੋਪਰ ਲਾਇਆ ਸੀ ਉਹ ਲੋਹੇ ਦਾ ਟੋਪ ਕਿਉਂ ਨਾ ਬਣਿਆ? ਕਿਉਂਕਿ ਤਾਰਾਂ ਜਿਹੜੀਆਂ ਮਾਸ ਵਿੱਚ ਤੇ ਰਹਿ ਨਹੀਂ ਸਕਦੀਆਂ। ਤਾਰਾਂ ਸੀ ਤੇ ਫਿਰ ਜਿਹੜਾ ਖੋਪਰ ਸੀ ਉਹ ਵੀ ਲੋਹੇ ਦਾ ਟੋਪ ਬਣਨਾ ਚਾਹੀਦਾ ਸੀ। ਇਹ ਵਿਚਾਰਹੀਨ ਲੋਕਾਂ ਨੇ ਲਿਖ ਦਿੱਤਾ ਤੇ ਵਿਚਾਰਹੀਨ ਲੋਕਾਂ ਨੇ ਗਾ ਦਿੱਤਾ। ਉਦੋਂ ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਸ਼ਹੀਦ ਜਦੋਂ ਕਰਨ ਲੱਗੇ, ਪੰਜਵਾਂ ਸ਼ਹੀਦ ਆ ਭਾਈ ਤਾਰੂ ਸਿੰਘ, ਤੇ ਜਦੋਂ ਇਹਨੂੰ ਸ਼ਹੀਦ ਕਰਨ ਲੱਗੇ ਤੇ ਉਦੋਂ ਆਖਰੀ ਇੱਛਾ ਪੁੱਛੀ। ਕਹਿਣ ਲੱਗੇ ਬਈ ਤੇਰੀ ਆਖਰੀ ਇੱਛਾ ਕੀ ਹੈ? ਉਸ ਟਾਈਮ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਕਿਹਾ ਸੀ, ਪਹਿਲੀ ਗੱਲ ਤੇ ਮੈਨੂੰ ਪਤਾ ਹੈ ਕਿ ਤੁਸੀਂ ਮੇਰੀ ਆਖਰੀ ਇੱਛਾ ਪੂਰੀ ਕਰਨੀ ਨਹੀਂ ਹੈ। ਜੇ ਪੁੱਛੀ ਹੋ ਤਾਂ ਮੈਂ ਦੱਸ ਦੇਣਾ, ਮੇਰੀ ਆਖਰੀ ਇੱਛਾ ਇਹ ਵੀ ਮੈਂ ਕੇਸਾਂ ਸੁਆਸਾਂ ਦੇ ਨਾਲ ਸਿੱਖੀ ਸਿਦਕ ਨਿਭਾਵਾਂ। ਇਹ ਮੇਰੀ ਆਖਰੀ ਇੱਛਾ ਜੇ ਪੂਰੀ ਕਰ ਦਿਓ। ਚਿੜ ਗਏ, ਕਹਿੰਦੇ ਤੇਰੇ ਕੇਸਾਂ ਨਾਲ ਕਿੱਦਾਂ ਸਿੱਖੀ ਨਿਭੇਗੀ, ਅਸੀਂ ਦੇਖਦੇ ਹਾਂ। ਹੁਕਮ ਕਰ ਦਿੱਤਾ, ਕਹਿਣ ਲੱਗਾ ਬਈ ਇਹਦੇ ਕੇਸ ਕਤਲ ਕਰ ਦਿਓ। ਉਸ ਟਾਈਮ ਬੇਨਤੀ ਕੀਤੀ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਕਿ ਮੇਰੇ ਕੇਸਾਂ ਤੇ ਰਹਿਮ ਕੀਤਾ ਜਾ, ਮੇਰੇ ਕੇਸ ਕਤਲ ਨਾ ਕੀਤੇ ਜਾਣ। ਤੇ ਵਿਅੰਗ ਦੇ ਵਿੱਚ ਜ਼ਕਰੀਆ ਖਾਨ ਨੇ ਕਿਹਾ ਸੀ ਠੀਕ ਆ, ਤੇਰੇ ਕੇਸ ਨਹੀਂ ਕਤਲ ਕਰਦੇ, ਤੂੰ ਸਿੱਖੀ ਕੇਸਾਂ ਨਾਲ ਨਿਭਾਉਣੀ ਆ ਨਾ, ਤੇਰਾ ਖੋਪਰ ਹੀ ਲਾ ਦਿੰਦੇ ਆ। ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਉੱਚੀ ਥਾਣੀ ਜਕਾਰਾ ਛੱਡਿਆ ਸੀ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਜਕਾਰਾ ਕਿਉਂ ਛੱਡਿਆ ਸੀ? ਖੁਸ਼ੀ ਮਨਾਈ ਸੀ ਖੋਪਰ ਤੇ ਲੱਥ ਜਾਵੇ, ਜਿਹੜੀ ਕੇਸ ਆ ਉਹ ਸਾਬਤ ਸੂਰਤ ਰਹਿ ਜਾਏ। ਐ ਗੁਰੂ ਕੇ ਸਿੱਖਾ, ਅੱਜ ਕਿੱਧਰ ਨੂੰ ਗਿਆ ਤੂੰ? ਅੱਜ ਜਿਹੜੇ ਕੇਸਾਂ ਵਾਸਤੇ ਤੇਰੇ ਵਡੇਰਿਆਂ ਨੇ ਆਪਣੇ ਖੋਪਰ ਲਵਾ ਲਏ, ਉਹ ਕੇਸ ਤੂੰ ਪੈਸੇ ਦੇ ਕੇ ਕਤਲ ਕਰਾ ਰਿਹਾ, ਪੈਸੇ ਦੇ ਕੇ। ਸਿੱਖੀ ਕਿੱਧਰ ਨੂੰ ਜਾ ਰਹੀ ਹੈ? ਯਾਦ ਰੱਖਣਾ, ਕੇਸਾਂ ਦੀ ਹਿਫਾਜ਼ਤ ਵਾਸਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਨੇ ਆਪਣਾ ਖੋਪਰ ਲਵਾ ਲਿਆ। ਤੇ ਆ ਅੰਬਾਲੇ ਦੇ ਕੋਲ ਇੱਕ ਪਿੰਡ ਆ, ਉਥੋਂ ਦਾ ਰਹਿਣ ਵਾਲਾ ਭਾਈ ਸਾਹਿਬ ਭਾਈ ਜੈ ਸਿੰਘ, ਰਗਰੇਟਾ ਬਰਾਦਰੀ ਚੋਂ। ਉਹਨਾਂ ਸਮਿਆਂ ਦੇ ਵਿੱਚ ਜਦੋਂ ਇਹ ਮੁਗਲੀਆ ਫੌਜ ਜਾਂਦੀ ਹੁੰਦੀ ਸੀ ਨਾ, ਤੇ ਇਹ ਆਪਣਾ ਭਾਰ ਚੁਕਾਉਣ ਵਾਸਤੇ ਵੰਗਾਰੀ ਲੈਂਦੀ ਹੁੰਦੀ ਸੀ ਨੰਬਰਦਾਰਾਂ ਦੇ ਕੋਲੋਂ। ਇਸ ਪਿੰਡ ਦੇ ਵਿੱਚੋਂ ਨੰਬਰਦਾਰ ਨੂੰ ਬੁਲਾ ਕੇ ਵੰਗਾਰੀ ਮੰਗੇ ਨੇ ਵੀ ਐਨੇ ਵੰਗਾਰੀ ਚਾਹੀਦੇ ਸਾਨੂੰ ਭਾਰ ਚੁੱਕਣ ਵਾਸਤੇ, ਸਾਡਾ ਅਗਲੇ ਪੜਾਅ ਤੱਕ ਛੱਡ ਕੇ ਆਉਣ। ਫਿਰ ਪਿੰਡ ਦਾ ਨੰਬਰਦਾਰ ਜਿਹੜਾ ਸੀ ਪਿੰਡ ਚੋਂ ਵੰਗਾਰੀ ਇਕੱਠੇ ਕਰਕੇ ਦਿੰਦਾ ਸੀ। ਉਹਨਾਂ ਵੰਗਾਰੀਆਂ ਦੇ ਵਿੱਚ ਭਾਈ ਜੈ ਸਿੰਘ ਜੀ ਨੂੰ ਵੀ ਫੜ ਲਿਆ। ਯਾਦ ਰੱਖਿਓ, ਸ਼ਹੀਦਾਂ ਦੇ ਚੋਰ ਆ ਆਪਾਂ ਸ਼ਹੀਦਾਂ ਦੇ ਦੋਸ਼ੀ ਆ, ਜਿਨ੍ਹਾਂ ਨੇ ਆਪਣੇ ਸਰੀਰ ਤੇ ਅਕਹਿ ਤੇ ਅਸਹਿ ਕਸ਼ਟ ਸਹਾਰੇ, ਪਰ ਸਿੱਖੀ ਨਹੀਂ ਛੱਡੀ। ਤੇ ਅਸੀਂ ਉਹਨਾਂ ਦੇ ਵਾਰਸ ਹੋ ਕੇ ਉਹਨਾਂ ਸ਼ਹੀਦਾਂ ਨੂੰ ਲਾਜ ਲਾ ਰਹੇ। ਭਾਈ ਸਾਹਿਬ ਭਾਈ ਜੈ ਸਿੰਘ ਸਾਹਿਬ ਜੀ ਇਹਨੂੰ ਵੀ ਵੰਗਾਰੀਆਂ 'ਚ ਫੜ ਕੇ ਲੈ ਗਏ। ਤੇ ਉਸ ਟਾਈਮ ਸਮਸਤ ਖਾਨ
ਸੂਬੇਦਾਰ ਸੀ ਤੇ ਜਿਹੜਾ ਉਹਦਾ ਨੌਕਰ ਸੀ ਸੰਤਰੀ, ਉਹ ਭਾਰ ਚੁਕਾ ਰਿਹਾ ਸੀ ਤੇ ਇੱਕ ਪੰਡ ਉਹਦੇ ਵੱਲ ਇਸ਼ਾਰਾ ਕੀਤਾ ਭਾਈ ਜੈ ਸਿੰਘ ਨੂੰ ਕਿ ਆਹ ਪੰਡ ਚੁੱਕ ਲਾ। ਉਹ ਜਦੋਂ ਪੰਡ ਦੇ ਲਾਗੇ ਹੋਇਆ ਨਾ, ਉਹਦੇ ਵਿੱਚੋਂ ਮੁਸ਼ਕ ਆਈ ਤਮਾਕੂ ਦੀ, ਕਿਉਂਕਿ ਹੁੱਕਾ ਪੀਂਦੇ ਹੁੰਦੇ ਸੀ ਤੇ ਉਹ ਤਮਾਕੂ ਦੀ ਪੰਡ ਸੀ। ਤੇ ਇਹ ਵੀ ਯਾਦ ਰੱਖਿਓ ਕਿ ਜਿੰਨੇ ਵੀ ਵੰਗਾਰੀ ਸੀ ਨਾ, ਉਹਨਾਂ ਸਾਰਿਆਂ ਨਾਲੋਂ ਉਸ ਪੰਡ ਦਾ ਭਾਰ ਬਹੁਤ ਘੱਟ ਸੀ। ਤਮਾਕੂ ਇੰਨਾ ਭਾਰਾ ਨਹੀਂ ਹੁੰਦਾ, ਉਹ ਤਮਾਕੂ ਦੀ ਪੰਡ ਸੀ ਤੇ ਸਾਰਿਆਂ ਪੰਡਾਂ ਨਾਲੋਂ ਉਹ ਪੰਡ ਹਲਕੀ ਸੀ, ਹੌਲੀ ਸੀ। ਜਦੋਂ ਉਹਨੂੰ ਤਮਾਕੂ ਦੀ ਮੁਸ਼ਕ ਆਈ ਤੇ ਭਾਈ ਜੈ ਸਿੰਘ ਜੀ ਕਹਿਣ ਲੱਗੇ ਇਹ ਕੀ ਆ? ਕਹਿਣ ਲੱਗਾ ਇਹ ਖਾਨ ਸਾਹਿਬ ਦਾ ਹੁੱਕੇ ਦਾ ਤਮਾਕੂ ਆ। ਤੇ ਭਾਈ ਜੈ ਸਿੰਘ ਨੇ ਹੱਥ ਜੋੜੇ ਕਹਿਣ ਲੱਗਾ ਗੁਰੂ ਦੇ ਪਿਆਰਿਆ, ਐ ਖੁਦਾ ਦੇ ਬੰਦੇ, ਮੈਨੂੰ ਇਹਦੇ ਨਾਲੋਂ 4 ਗੁਣਾ ਡਬਲ ਭਾਰ ਚੁਕਾ ਦੇ। ਜੇ ਇਹ 10 ਕਿਲੋ ਆ ਤੇ ਮੈਨੂੰ 40 ਕਿਲੋ ਭਾਰ ਚੁਕਾ ਦੇ, ਪਰ ਮੇਰੇ ਤੇ ਇੱਕ ਰਹਿਮ ਕਰ, ਮੈਨੂੰ ਇਹ ਪੰਡ ਨਾ ਚੁਕਾ। ਉਹ ਸੰਤਰੀ ਕਹਿਣ ਲੱਗਾ ਕੀ ਗੱਲ, ਇਹ ਪੰਡ ਕਿਉਂ ਨਾ ਚੁਕਾਵਾਂ? ਕਹਿਣ ਲੱਗਾ ਵੀ ਇਹ ਪੰਡ ਤਮਾਕੂ ਦੀ ਆ ਤੇ ਮੈਂ ਗੁਰੂ ਕਾ ਸਿੱਖ ਆ, ਤੇ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਮਾਕੂ ਨੂੰ ਹੱਥ ਲਾਉਣ ਤੋਂ ਮਨਾ ਕੀਤਾ ਹੈ। ਤੇ ਕਿੱਧਰ ਗਈ ਸਿੱਖਾ ਅੱਜ ਤੇਰੀ ਸਿੱਖੀ? ਸਤਿਗੁਰੂ ਨੇ ਤਮਾਕੂ ਨੂੰ ਹੱਥ ਲਾਉਣ ਤੋਂ ਮਨਾ ਕੀਤਾ, ਅਸੀਂ ਮਲ ਮਲ ਕੇ ਤੇ ਬੀੜੀਆਂ ਸਿਗਰਟਾਂ 'ਚ ਫੂਕ ਫੂਕ ਕੇ ਪੀਂਦੇ ਹਾਂ। ਇਹ ਬਹਿਸ ਕਰਦਾ ਪਿਆ। ਉਹ ਕਹਿਣ ਲੱਗਾ ਮੈਂ ਇਹ ਪੰਡ ਨਹੀਂ ਚੱਕਣੀ, ਮੈਨੂੰ ਦੁੱਗਣੀ ਚੌਗਣੀ ਵਜਨ ਵਾਲੀ ਪੰਡ ਚੁਕਾ ਦੇ। ਐਨੇ ਨੂੰ ਸਮਸਤ ਖਾਨ ਆ ਗਿਆ। ਉਹਨੇ ਆਪਣੇ ਉਸ ਸੰਤਰੀ ਨੂੰ ਕਹਿਣ ਲੱਗਾ ਉਹ ਕੀ ਗੱਲ ਆ? ਉਹ ਕਹਿਣ ਲੱਗਾ ਸਿੱਖੜਾ ਜਿਹੜਾ ਮਜਾਜ ਬੜੀ ਕਰਨ ਦਿਆ। ਕੀ ਗੱਲ, ਕੀ ਕਹਿੰਦਾ? ਕਹਿੰਦਾ ਇਹ ਪੰਡ ਨਹੀਂ ਚੱਕਣੀ। ਕਿਉਂ ਨਹੀਂ ਚੱਕਣੀ? ਕਹਿੰਦਾ ਇਹ ਤਮਾਕੂ ਆ। ਤੇ ਇਹ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਗੁਰੂ ਕਾ ਸਿੱਖ ਆ, ਮੈਂ ਇਹ ਪੰਡ ਨਹੀਂ ਚੱਕਣੀ। ਯਾਦ ਰੱਖਿਓ, ਉਹ ਜੁਝਾਰੂ ਸਿੱਖ ਨਹੀਂ ਸੀ, ਉਹ ਖਾੜਕੂ ਸਿੱਖ ਨਹੀਂ ਸੀ ਭਾਈ ਜੈ ਸਿੰਘ। ਨਾ ਭਾਈ ਜੈ ਸਿੰਘ ਜੁਝਾਰੂ ਸੀ ਤੇ ਨਾ ਭਾਈ ਤਾਰੂ ਸਿੰਘ। ਇਹ ਗ੍ਰਸਤੀ ਜੀਵਨ ਜੀਣ ਵਾਲੇ ਸੀ। ਭਾਈ ਤਾਰੂ ਸਿੰਘ ਖੇਤੀ ਕਰਦਾ ਸੀ, ਕਿਸਾਨ ਸੀ, ਤੇ ਭਾਈ ਜੈ ਸਿੰਘ ਇੱਕ ਮਜ਼ਦੂਰ ਪੁੱਤਰ ਸੀ, ਉਹ ਮਜ਼ਦੂਰੀ ਕਰਦਾ ਸੀ, ਜਗਰੇਟਾ ਸੀ। ਤੇ ਇਹਨਾਂ ਦੋਨਾਂ ਦਾ ਹੀ ਪਿੰਡਾਂ ਦੇ ਵਿੱਚ ਪਿਆਰ ਬੜਾ ਸੀ, ਇਸ ਕਰਕੇ ਇਹ ਬਚੇ ਹੋਏ ਸੀ। ਇਹਨਾਂ ਨੂੰ ਕੋਈ ਵੀ ਆਫਤ ਨਹੀਂ ਸੀ ਆਉਂਦੀ, ਨਹੀਂ ਤੇ ਉਸ ਟਾਈਮ ਸਿਰਾਂ ਦਾ ਮੁੱਲ ਪੈਣ ਡਿਆ ਸੀ, ਵੜ ਵੜ ਕੇ ਸਿਰ ਲਈ ਜਾਂਦੇ ਸੀ। ਪਰ ਇਹ ਦੋਵੇਂ ਬਚੇ ਹੋਏ ਸੀ। ਇਹਨਾਂ ਦਾ ਰਸੂਖ ਬੜਾ ਵਧੀਆ ਸੀ। ਪਿੰਡ ਦੇ ਵਿੱਚ ਸਾਰੇ ਇਹਨਾਂ ਨੂੰ ਪਿਆਰ ਕਰਦੇ ਸੀ, ਮੁਸਲਮਾਨ ਕੀ, ਹਿੰਦੂ ਕੀ, ਇਹ ਉਹ ਸਾਰੇ ਕਰਦੇ ਸੀ। ਹੁਣ ਬਹਿਸ ਕਰਦਾ ਪਿਆ ਵੀ ਮੈਂ ਗੁਰੂ ਕਾ ਸਿੱਖ ਆ। ਸਮਸਤ ਖਾਨ ਨੂੰ ਪਤਾ ਲੱਗਿਆ ਵੀ ਗੁਰੂ ਕਾ ਸਿੱਖ ਆ। ਕਹਿਣ ਲੱਗਾ ਫਿਰ ਤੇ ਪੰਡ ਰੱਖਣੀ ਇਹਦੇ ਸਿਰ ਤੇ। ਉਹ ਕਹਿਣ ਲੱਗਾ ਵੀ ਮੈਂ ਪੰਡ ਨਹੀਂ ਚੱਕ ਸਕਦਾ। ਕਹਿੰਦਾ ਵੀ ਪੰਡ ਚਕਾਉਣੀ ਤੈਨੂੰ ਆ, ਤੂੰ ਕਿਵੇਂ ਨਹੀਂ ਚੱਕੇਗਾ? ਕਹਿਣ ਲੱਗਾ ਨਹੀਂ ਚੱਕਾਂ। ਤੇ ਜਦੋਂ ਉਹਨੇ ਕਿਹਾ ਨਾ ਵੀ ਤੇਰੀ ਮੈਂ ਜਿਉਂਦੇ ਦੀ ਖਲ ਲਾ ਦਿਆਂਗਾ, ਤੂੰ ਕਿਵੇਂ ਨਹੀਂ ਚੱਕੇਗਾ? ਉਦੋਂ ਭਾਈ ਜੈ ਸਿੰਘ ਨੇ ਵੀ ਜਕਾਰਾ ਛੱਡਿਆ ਸੀ। ਆਓ ਸ਼ਹੀਦਾਂ ਦੇ ਨਾਂ ਤੇ ਜਕਾਰਾ ਛੱਡੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇੱਕ ਨੇ ਕੇਸ ਕਤਲ ਨਹੀਂ ਕਰਨ ਦਿੱਤੇ ਤੇ ਕਹਿ ਦਿੱਤਾ ਕਿ ਮੇਰਾ ਖੋਪੜ ਲਾ ਦਿਓ। ਉਹ ਭਲਿਓ, ਤੁਸੀਂ ਉਹਨਾਂ ਦੇ ਵਾਰਸ ਹੋ ਤੇ ਪੈਸੇ ਦੇ ਕੇ ਕਤਲ ਕਰਾ ਰਹੇ ਹੋ ਕੇਸ। ਉਹ ਕਹਿੰਦਾ ਖੋਪੜ ਲਾ ਦੇ। ਖੋਪੜ ਲਾਉਣ ਦੇ ਨਾਂ ਤੇ ਜਕਾਰਾ ਛੱਡਿਆ ਉਹਨੇ। ਮਨਜ਼ੂਰ ਆ, ਪਰ ਦਾੜੀ ਕੇਸ ਕਤਲ ਨਹੀਂ ਹੋਣੇ। ਇਹ ਮਨਜ਼ੂਰ ਆ, ਖੋਪੜ ਲਾ ਦੇ। ਤੇ ਇੱਕ ਉਹ ਗੁਰਸਿੱਖ ਆ ਜਿਹਨੇ ਆਖਿਆ ਮੈਂ ਤਮਾਕੂ ਨੂੰ ਹੱਥ ਨਹੀਂ ਲਾਉਣਾ, ਤਮਾਕੂ ਨੂੰ ਹੱਥ ਨਹੀਂ ਲਾਉਣਾ, ਖਲ ਲਾ ਦੇ, ਬੜੀ ਖੁਸ਼ੀ ਖੁਸ਼ੀ ਲਵਾ ਦੇਵਾਂਗਾ। ਤੇ ਉਹੀ ਉਹਦਾ ਹੀ ਵਾਰਸ, ਉਸੇ ਗੁਰਸਿੱਖਾਂ ਦਾ ਵਾਰਸ ਅੱਜ ਤਮਾਕੂ ਪੈਸੇ ਦੇ ਦੇ ਕੇ ਫੜਦਾ। ਤਮਾਕੂ ਜੇਬ 'ਚ ਹੁੰਦਾ ਉਹਦੀ, ਤਮਾਕੂ ਉਹਦੇ ਝੋਲੇ 'ਚ ਹੁੰਦਾ ਏ, ਤਮਾਕੂ ਉਹਦੇ ਸਿਰਹਾਣੇ ਥੱਲੇ ਹੁੰਦਾ ਏ, ਤਮਾਕੂ ਉਹਦੇ ਬੈਗ 'ਚ ਹੁੰਦਾ ਜਦੋਂ ਕਿਤੇ ਨਾਲ ਜਾਂਦਾ। ਕਿੱਧਰ ਨੂੰ ਗਈ ਸਿੱਖੀ ਸਾਡੀ?
ਆਪਣੇ ਵਾਰਸਾਂ ਨੂੰ ਯਾਦ ਕਰੋ। ਉਹ ਸਿੱਖੀ ਸਿਦਕ ਵਾਸਤੇ ਆਪਣੇ ਪ੍ਰਾਣ ਤਿਆਗ ਗਏ, ਪ੍ਰਾਣ। ਤੇ ਅਸੀਂ ਸਿੱਖੀ ਤਿਆਗ ਦਿੱਤੀ ਆਪਣੀਆਂ ਖੁਸ਼ੀਆਂ ਵਾਸਤੇ। ਮਹਾਰਾਜ ਕਹਿੰਦੇ ਨੇ ਇਹ ਬੰਦਿਆ ਜਿਨ੍ਹਾਂ ਨੇ ਹਰੀ ਪਰਮਾਤਮਾ ਦਾ ਨਾਮ ਵਿਸਾਰਿਆ ਔਰ ਡਰ ਡਰ ਕੇ ਮਰਦੇ ਨੇ, ਡਰ ਡਰ ਕੇ ਜਿਉਂਦੇ ਨੇ। ਜਾ ਕੇ ਹਿਰਦੇ ਬਸਿਓ ਹਰ ਨਾਮ, ਸਗਲ ਮਨੋਰਥ ਤਾਕੇ ਪੂਰਨ ਕਾਮ। ਜਿਨ੍ਹਾਂ ਪਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਮਹਾਰਾਜ ਕਹਿੰਦੇ ਉਹਨਾਂ ਦੇ ਡਰ ਤੇ ਖਤਮ ਹੋ ਗਏ, ਮਨੋਰਥ ਪੂਰੇ ਹੋ ਗਏ, ਮਨੁੱਖ ਜਨਮ ਦਾ ਕਰਮ ਸਫਲ ਹੋ ਗਿਆ। ਜਨਮ ਜਰਾ ਮਿਰਤ ਜਸ ਵਾਸ, ਸੋ ਸਮਰਥ ਸਿਮਰ ਸਾਸ ਗਰਾਸ। ਜਿਹਨੂੰ ਜਨਮਨ ਤੇ ਮਰਨ ਦੀ ਵਿਧੀ ਸਮਝ ਵਿੱਚ ਆ ਗਈ ਵੀ ਇਹ ਬੜੇ ਔਖੇ ਨੇ, ਮਹਾਰਾਜ ਕਹਿੰਦੇ ਸੋ ਸਮਰੱਥ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ, ਸਵਾਸ ਸਵਾਸ ਸਾਸ ਗਰਾਸ। ਸਾਸ ਸਾਹ ਲੈਣਾ, ਗਰਾਸ ਮੂੰਹ ਚ ਗਰਾਈ ਪਾਉਣੀ, ਬੁਰਕੀ ਪਾਉਣੀ। ਸਾਸ ਗਰਾਸ ਰੱਬ ਦਾ ਸਿਮਰਨ ਕਰਦਾ। ਮੀਤ ਸਾਜਨ ਸਖਾ ਪ੍ਰਭ ਏਕ, ਨਾਮ ਸੁਆਮੀ ਕਾ ਨਾਨਕ ਟੇਕ। ਮੀਤ ਸਾਜਨ ਸਖਾ ਪ੍ਰਭ ਏਕ। ਐ ਮੇਰੇ ਮਨਾ ਇੱਕ ਪਰਮਾਤਮਾ ਵਾਹਿਗੁਰੂ ਜੀ ਨੂੰ ਆਪਣਾ ਮਿੱਤਰ ਬਣਾ, ਸੱਜਣ ਬਣਾ, ਉਹਦੇ ਚਰਨਾਂ ਦਾ ਆਸਰਾ ਤੱਕ, ਆਪਣੇ ਸੁਆਮੀ ਦੀ ਟੇਕ ਰੱਖ, ਉਹਦੇ ਚਰਨਾਂ ਦਾ ਓਟ ਆਸਰਾ ਤੱਕੇਗਾ ਤੇ ਕਦੀ ਵੀ ਤੂੰ ਆਪਣੇ ਜਨਮ ਤੋਂ ਵਿਅਰਥ ਨਹੀਂ ਹੋਏਗਾ। ਇਸ ਜਨਮ ਦਾ ਸਵਾਸ ਸਫਲ ਕਰਕੇ ਜਾਏਗਾ, ਬਾਰ-ਬਾਰ ਜੰਮਣ ਮਰਨ ਦੇ ਚੱਕਰ ਤੋਂ ਬਚ ਜਾਵੇਗਾ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।